ਆਪਾਂ ਮੁੱਖ ਤੌਰ ਦੇ ਉੱਪਰ ਕਹਿ ਸਕਦੇ ਹਾਂ। ਤੇ ਵੀਰ ਜੀ ਸਾਡਾ ਦੂਜਾ ਕੁਐਸਚਨ ਜਿਹੜਾ ਇਹ ਹੈ ਕਿ ਗੁਰੂ ਨਾਨਕ ਨੇ ਵਿਰਧ ਅਵਸਥਾ ਵਿੱਚ ਵੀ ਤੇ ਆਪਣੇ ਪੂਰੇ ਜੀਵਨ ਕਾਲ ਵਿੱਚ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰਕ ਫੇਰੀਆਂ ਕਰਕੇ ਜਿਹੜਾ ਹੈ ਲੋਕਾਂ ਨੂੰ ਸਿੱਖ ਧਰਮ ਵਿੱਚ ਲਿਆਇਆ ਹੈ। ਤੇ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਨਾਨਕ ਦੇ ਟਾਈਮ 3 ਕਰੋੜ ਦੁਨੀਆ ਦੇ ਵਿੱਚ ਸਿੱਖ ਸਨ। ਕੀ ਗੱਲ ਹੋ ਗਈ ਕਿ ਅੱਜ ਉਹ 3 ਕਰੋੜ ਵੱਧ ਕੇ ਕਿਧਰੇ ਅੱਜ 40 ਕਰੋੜ 80 ਕਰੋੜ ਜਾਂ ਹੋਰ ਜਿਹੜੀ ਸਾਡੀ ਪੋਪੂਲੇਸ਼ਨ ਸੀ ਅਰਬਾਂ ਖਰਬਾਂ ਦੇ ਵਿੱਚ ਹੋਣੀ ਚਾਹੀਦੀ ਸੀ। ਲੇਕਿਨ ਕੀ ਗੱਲ ਹੋ ਗਈ, ਕਿਧਰੇ ਪ੍ਰਚਾਰ 'ਚ ਕਮੀ ਰਹਿ ਗਈ ਜਾਂ ਕਿਧਰੇ ਹੋਰ ਕਮੀਆਂ ਸਨ ਕਿ ਸਾਡੇ ਜਿਹੜਾ ਸਿੱਖ ਧਰਮ ਹੈ, ਸਿੱਖ ਧਰਮ ਹਿੰਦੀ ਕਲਾ ਵੱਲ ਗਿਆ ਕਿ ਅੱਜ ਅਸੀਂ ਪੰਜਾਬ ਦੀ ਹਾਲਤ ਜਾਂ ਕਿਸੇ ਹੋਰ ਜਗ੍ਹਾ ਦੀ ਵੀ, ਜੰਮੂ ਦੀ ਵੀ ਹਾਲਤ ਦੇਖਦੇ ਹਾਂ। ਕਿਉਂਕਿ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਸਰੂਪ ਤੇ ਹੈ, ਲੇਕਿਨ ਜਿਹੜੇ ਅਸੀਂ ਗੁਨਾਹ ਦੀ ਗੱਲ ਕਰਦੇ ਹਾਂ, ਜਿਹੜਾ ਸਿੱਖ ਕਰੈਕਟਰ ਹੈ, ਖਾਲਸੇ ਦੇ ਗੁਨਾਹ ਦੀ ਗੱਲ ਕਰਦੇ ਹਾਂ, ਉੱਥੇ ਸਾਨੂੰ ਨਿਰਾਸ਼ਾ ਹੀ ਹੱਥ ਆਉਂਦੀ ਹੈ। ਕਿੱਥੇ ਸਾਡੀ ਕਮੀ ਰਹਿ ਗਈ ਕਿਉਂਕਿ ਸਾਡਾ ਜਿਹੜਾ ਬਰਾੜ ਸ਼ਾਹ ਹੈ, ਬੜਾ ਜਿਹੜਾ ਸਕਾਲਰ ਹੈ, ਇੱਕ ਵੈਸਟਰਨ ਸਕਾਲਰ, ਉਸਨੇ ਕਿਹਾ ਹੈ ਕਿ ਸਿੱਖਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਜਿਸ ਤਰ੍ਹਾਂ ਦੁਨੀਆ ਦੇ ਹੋਰ ਧਰਮ ਆਏ ਹਨ, ਇਹ ਸਿੱਖ ਧਰਮ ਇੱਕ ਨਵਾਂ ਧਰਮ ਆਇਆ ਹੈ, ਬਲਕਿ ਸਿੱਖਾਂ ਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਸਿੱਖ ਧਰਮ ਹੀ ਨਵੇਂ ਯੁੱਗ ਦਾ ਧਰਮ ਹੈ। ਜੇ ਵੈਸਟਰਨ ਲੋਕ ਜਿਹੜੇ ਕਿ ਜਿੱਥੇ ਸਾਰੀ ਦੁਨੀਆ ਉਹਨਾਂ ਦੇ ਪਿੱਛੇ ਚੱਲ ਰਹੀ ਹੈ, ਉਹ ਅਗਰ ਸਿੱਖ ਧਰਮ ਦੀ ਇਤਨੀ ਤਾਰੀਫ ਕਰ ਰਹੇ ਹਨ, ਉੱਥੇ ਧਿਆਨਵੀ ਦੇ ਵਰਡ ਵੀ ਦੇਖਣ ਵਾਲੇ ਹਨ ਕਿ ਦੁਨੀਆ ਦਾ ਸਭ ਤੋਂ ਖੂਬਸੂਰਤ ਜਿਹੜਾ ਹੈ ਖੁੱਲੇ ਦਾੜੇ ਵਾਲਾ ਪੂਰਨ ਗੁਰਸਿੱਖ ਹੈ। ਤੇ ਸਾਡੇ ਪ੍ਰਚਾਰ ਪ੍ਰਸਾਰ ਵਿੱਚ ਕਿਧਰੇ ਕਮੀ ਰਹਿ ਗਈ ਹੈ ਕਿ ਅਸੀਂ ਜਿਹੜਾ ਹੈ ਗੁਰੂ ਨਾਨਕ ਦਾ ਜਿਹੜਾ ਮਿਸ਼ਨ ਸੀ, ਗੁਰੂ ਘਰ ਦੀ ਜਿਹੜੀ ਵਿਚਾਰਧਾਰਾ ਸੀ, ਘਰ ਘਰ ਨਹੀਂ ਪਹੁੰਚਾ ਸਕੇ। ਵੀਰ ਜੀ ਦੱਸਣਗੇ ਕਿ ਕਿਉਂਕਿ ਵੀਰ ਜੀ ਸਾਰੇ ਜੰਮੂ ਕਸ਼ਮੀਰ ਦੇ ਹਰ ਇੱਕ ਮਿਸ਼ਨਰੀ, ਹਰ ਇੱਕ ਪ੍ਰਚਾਰਕ ਦੇ ਕੰਟੈਕਟ ਵਿੱਚ ਆਏ। ਵੀਰ ਜੀ ਦੱਸਣਗੇ ਕਿ ਖਾਸ ਕਰ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਹੁਣ ਜਿਹੜੇ ਸਿੱਖੀ ਵਿੱਚ ਕਿਸ ਤਰ੍ਹਾਂ ਗਿਰਾਵਟ, ਇਹ ਜਿਹੜਾ ਸਿੱਖ ਪ੍ਰਚਾਰ ਵਿੱਚ ਗਿਰਾਵਟ ਆਈ ਹੈ ਜਾਂ ਸਿੱਖ ਧਰਮ ਦੀ ਜਿਹੜੀ ਹੈ ਵਿਚਾਰਧਾਰਾ ਘਰ ਘਰ ਵਿੱਚ ਕਿਉਂ ਨਹੀਂ ਪਹੁੰਚ ਸਕੀ, ਕਿੱਥੇ ਕਮੀਆਂ ਰਹਿ ਗਈਆਂ, ਇਹ ਵੀਰ ਜੀ ਸਾਨੂੰ ਸੁਚੇਤ ਕਰਨਗੇ। ਹਾਂਜੀ, ਤੁਸੀਂ ਗੱਲ ਕੀਤੀ ਬਰਾੜ ਸ਼ਾਹ ਦੀ, ਤੁਸੀਂ ਗੱਲ ਕੀਤੀ ਗੁਲਾਮ ਅਹਿਮਦ ਕਾਦੀਆਨ ਦੀ। ਗੁਲਾਮ ਅਹਿਮਦ ਕਾਦੀਆਨ ਲਿਖਦਾ ਕਿ ਜਦੋਂ ਕੋਈ ਪਲੇਟਫਾਰਮ ਨਹੀਂ ਸੀ, ਕੋਈ ਕਮਿਊਨੀਕੇਸ਼ਨ ਨਹੀਂ ਸੀ, ਕੋਈ ਰੇਲ ਗੱਡੀ ਨਹੀਂ ਸੀ, ਕੋਈ ਬੱਸ ਨਹੀਂ ਸੀ, ਪੈਦਲ ਸਫ਼ਰ ਕਰਕੇ ਗੁਰੂ ਨਾਨਕ ਦੇਵ ਜੀ ਨੇ 3 ਕਰੋੜ ਸਿੱਖ ਪੈਦਾ ਕੀਤੇ। ਬਰਾੜ ਸ਼ਾਹ ਲਿਖਦਾ ਹੈ ਕਿ ਅੱਜ ਦਾ ਇਹ ਧਰਮ ਹੈ, ਸਿੱਖ ਧਰਮ ਅੱਜ ਦਾ ਹੀ ਧਰਮ ਹੈ। ਸਿੱਖਾਂ ਨੂੰ ਇਉਂ ਸੋਚਣਾ ਬੰਦ ਕਰ ਦੇਣਾ ਚਾਹੀਦਾ ਕਿ ਇਹ ਸਿੱਖ ਇੱਕ ਧਰਮ ਹੈ, ਸਗੋਂ ਇਉਂ ਸੋਚਣਾ ਚਾਹੀਦਾ ਕਿ ਅੱਜ ਦੇ ਯੁੱਗ ਦਾ ਇੱਕ ਵਾਹਿਦ ਸਿੱਖ ਧਰਮ ਹੀ ਹੈ। ਉਹਦਾ ਕਾਰਨ ਇਹ ਹੈ ਕਿ ਅੱਜ ਵੀ ਨਾਸਾ ਦੇ ਵਿੱਚ ਜਿੱਥੇ ਸਪੇਸ ਰਿਸਰਚ ਹੁੰਦੀ ਹੈ, ਸਾਇੰਟਿਸਟ ਬੈਠਦੇ ਨੇ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਤੇ ਔਰ ਸਾਰੇ ਸਾਇੰਸਦਾਨ ਜਿਹੜੇ ਨੇ ਉਹ ਉਸ ਨੂੰ ਸਲੂਟ ਕਰਦੇ, ਉਸ ਨੂੰ ਮੱਥਾ ਟੇਕਦੇ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਹਦੇ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ। ਉਹ ਕਹਿੰਦੇ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਆਏ ਸਾਡੇ ਸਾਇੰਸਦਾਨਾਂ ਨਾਲੋਂ ਕਈ ਯੁੱਗ ਪਹਿਲਾਂ ਜਿਹੜੀ ਹੈ ਅੱਗੇ ਲੰਘੀ ਹੋਈ ਸੋਚ ਹੈ, ਉਹਦੀ ਸੋਚ ਨੂੰ ਮੱਥਾ ਟੇਕਦੇ ਕਿ ਉਸ ਅਜੀ ਜਦ ਜਿਹੜੀ ਰਿਸਰਚ ਅਸੀਂ ਅਜੇ ਕਰਨੀ ਹੈ, ਗੁਰੂ ਨਾਨਕ ਨੇ ਉਹ ਰਿਸਰਚ ਪਹਿਲਾਂ ਹੀ ਕਰ ਲਈ ਸੀ। ਤੇ ਔਰ ਸਾਨੂੰ ਉਸ ਦੀ ਰਿਸਰਚ ਤੋਂ ਇਹ ਪਤਾ ਚੱਲਦਾ ਹੈ ਕਿ ਅਸੀਂ ਗੁਰੂ ਨਾਨਕ ਕਿਤਨਾ ਵੱਡਾ ਸਾਇੰਸਦਾਨ ਹੋਇਆ। ਉਹ ਸਾਇੰਟੀਫਿਕ ਵਿਚਾਰਧਾਰਾ ਅੱਗੇ ਮੱਥਾ ਟੇਕਦੇ ਆ ਵੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ। ਤੇ ਗੁਰੂ ਨਾਨਕ ਦੇਵ ਜੀ ਸਾਡੇ ਬਾਨੀ ਜਿਹੜੇ ਨੇ, ਸਿੱਖ ਧਰਮ ਦੇ ਬਾਨੀ ਹੋਏ ਨੇ, ਉਹਨਾਂ ਨੇ ਇੱਕ ਨਵਾਂ ਧਰਮ, ਇੱਕ ਸਾਇੰਟੀਫਿਕ ਧਰਮ, ਇੱਕ ਨਵੇਂ ਯੁੱਗ ਦਾ ਧਰਮ ਸ਼ੁਰੂ ਕੀਤਾ ਸੀ। ਹੁਣ ਉਹਨਾਂ ਦੀ ਧਰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਇਸ ਸਮਾਜ ਵਿੱਚ ਰਹਿ ਕੇ ਦੇਖਿਆ, ਕੰਪੈਰੇਟਿਵ ਸਟੱਡੀ ਕੀਤੀ। 7 ਸਾਲ ਦੀ ਉਮਰ ਸੀ ਜਦੋਂ ਉਹਨਾਂ ਨੇ ਹਿੰਦੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ ਪੰਡਤ ਗੋਪਾਲ ਦਾਸ ਪਾਸੋਂ। 13 ਸਾਲ ਦੀ ਉਮਰ ਦੇ ਵਿੱਚ ਮੌਲਵੀ ਕੁਤਬਦੀਨ ਕੋਲੋਂ ਉਹਨਾਂ ਨੇ ਅਰਬੀ ਤੇ ਫਾਰਸੀ ਸਿੱਖੀ ਸੀ ਤੇ ਬ੍ਰਿਜ ਲਾਲ ਪੰਡਤ ਕੋਲੋਂ ਉਹਨਾਂ ਨੇ ਸੰਸਕ੍ਰਿਤੀ ਵਿਦਿਆ ਲਈ। ਹੁਣ ਇਹਨਾਂ ਵਿਦਿਆ ਤੋਂ ਬਾਅਦ ਉਹਨਾਂ ਨੇ ਹੋਰ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਜਿਹੜਾ ਉਹ ਹਾਸਿਲ ਕੀਤਾ। ਫਿਰ ਉਹਨਾਂ ਨੇ ਰਾਗ ਵਿਦਿਆ ਵਿੱਚ ਨਿਪੁੰਨਤਾ ਹਾਸਿਲ ਕੀਤੀ। 19 ਰਾਗਾਂ ਦੇ ਵਿੱਚ ਉਹਨਾਂ ਦੀ ਬਾਣੀ ਹੈ। ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕਹਿੰਦੇ ਨੇ ਉਹ ਰਾਗਾਂ ਦੀ ਬੰਦਿਸ਼ ਵਿੱਚ ਕੀਰਤਨ ਕਰਿਆ ਕਰਦੇ ਸਨ ਤੇ ਜਿਹੜੇ ਸੁਣਨ ਵਾਲੇ ਆਸੇ-ਪਾਸੇ ਸਨ ਸਾਰੇ ਮਸਤ ਹੋ ਜਾਂਦੇ ਸਨ। ਗੁਰੂ ਗ੍ਰੰਥ ਸਾਹਿਬ ਵਿੱਚ 19 ਰਾਗਾਂ ਵਿੱਚ ਉਹਨਾਂ ਦੀ ਬਾਣੀ, ਰਾਗਾਂ ਦਾ ਉਹਨਾਂ ਨੇ ਅਧਿਐਨ ਕੀਤਾ। ਫਿਰ ਉਹ ਸਵਿਮਿੰਗ ਕਰਨੀ ਬੜੀ ਅੱਛੀ ਤਰ੍ਹਾਂ ਜਾਣਦੇ ਸਨ। ਆਪਾਂ ਕਹਿੰਦੇ ਹਾਂ ਬੇਈ ਨਦੀ ਤੇ ਜਾਂਦੇ ਨੇ, ਛੋਟੇ ਹੁੰਦਿਆਂ ਉਹਨਾਂ ਨੇ ਸਵਿਮਿੰਗ ਕਰਨੀ ਸ਼ੁਰੂ ਕਰ ਲਈ ਸੀ। ਫਿਰ ਮਾਊਂਟੇਨਿੰਗ ਬੜੀ ਅੱਛੀ ਤਰ੍ਹਾਂ ਜਾਣਦੇ, ਪਹਾੜ ਦੇ ਉੱਪਰ ਕਿਵੇਂ ਚੜ੍ਹਨਾ ਉਹਨਾਂ ਨੂੰ ਬੜਾ ਅੱਛੀ ਤਰ੍ਹਾਂ ਹੁੰਦਾ ਸੀ। ਫਿਰ ਉਹਨਾਂ ਨੇ ਕੰਪੈਰੇਟਿਵ ਸਟੱਡੀ, ਜਿਹੜੇ ਦੁਨੀਆ ਦੇ ਵਿੱਚ ਧਰਮ ਚੱਲ ਰਿਹਾ ਸਭ, ਖਾਸ ਤੌਰ 'ਤੇ ਹਿੰਦੁਸਤਾਨ ਦੇ ਵਿੱਚ, ਉਹਨਾਂ ਦੀ ਪੂਰੀ ਤਰ੍ਹਾਂ ਸਟੱਡੀ ਕੀਤੀ। ਯੋਗ ਧਰਮ ਬਹੁਤ ਫੈਲਿਆ ਹੋਇਆ ਸੀ, ਹਿੰਦੂ ਧਰਮ ਸੀ ਔਰ ਇਸਲਾਮ ਮਤ ਸੀ। ਇਹਨਾਂ ਸਾਰਿਆਂ ਦੀ ਪੂਰੀ ਤਰ੍ਹਾਂ ਸਟੱਡੀ ਉਹਨਾਂ ਨੇ ਕੀਤੀ। ਕੰਪੈਰੇਟਿਵ ਸਟੱਡੀ ਉਹਨਾਂ ਨੇ ਕਰਕੇ ਉਹਨਾਂ ਦੇ ਸਮਾਜਿਕ ਜੀਵਨ ਨੂੰ, ਉਹਨਾਂ ਦੇ ਆਰਥਿਕ ਜੀਵਨ ਨੂੰ, ਉਹਨਾਂ ਦੇ ਰਾਜਨੀਤਿਕ ਜੀਵਨ ਨੂੰ ਪੂਰੀ ਤਰ੍ਹਾਂ ਘੋਕਿਆ ਸੀਗਾ ਵੀ ਕਿੱਥੇ ਕਿੱਥੇ ਕਮੀਆਂ ਨੇ
ਤੇ ਇਹਨਾਂ ਕਮੀਆਂ ਨੂੰ ਕਿਵੇਂ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਦੀ ਕਮਜ਼ੋਰੀਆਂ ਨੂੰ ਬਾਹਰ ਕੱਢ ਕੇ ਇੱਕ ਨਵੀਂ ਸੋਚ ਦੇ ਨਾਲ ਜੋੜਨਾ। ਉਹਨਾਂ ਦਾ ਮਤਲਬ ਉਹਨਾਂ ਵਿੱਚ ਅਮੈਂਡਮੈਂਟ ਜਾਂ ਸੰਸ਼ੋਧਨ ਕਰਨਾ ਨਹੀਂ ਸੀ। ਉਹਨਾਂ ਨੇ ਇੱਕ ਬੜਾ ਇੱਕ ਰੈਵੋਲੂਸ਼ਨ ਲਿਆਂਦਾ ਸੀ। ਉਹ ਰੈਵੋਲੂਸ਼ਨ ਲਿਆਉਣ ਵਾਸਤੇ ਉਹਨਾਂ ਨੇ ਐਗਜ਼ਿਸਟੈਂਸ ਬਣਾਈ। ਪਹਿਲਾਂ ਐਗਜ਼ਿਸਟੈਂਸ ਦੀ ਜ਼ਰੂਰਤ ਸੀ। ਉਹਨਾਂ ਨੇ ਪਲੈਨਿੰਗ ਇਹ ਕੀਤੀ ਕਿ ਇਹਦੀ ਐਗਜ਼ਿਸਟੈਂਸ ਜ਼ਰੂਰੀ ਹੈ, ਕਿ ਬੰਦੇ ਦੀ ਹੋਂਦ ਜ਼ਰੂਰੀ ਹੈ, ਬੰਦੇ ਦੀ ਜਿਹੜੀ ਆਈਡੈਂਟੀਫਿਕੇਸ਼ਨ ਜ਼ਰੂਰੀ ਹੈ। ਇਸ ਕਰਕੇ ਉਹਨਾਂ ਨੇ ਸਾਬਤ ਸਰੂਪ ਵਾਲੇ ਬੰਦੇ ਦੇ ਵਿੱਚ ਉਹ ਇੱਕ ਨਵੀਂ ਵਿਚਾਰਧਾਰਾ ਪਾਉਣੀ ਸੀ, ਇੱਕ ਰੈਵੋਲੂਸ਼ਨਰੀ ਸੋਚ ਪਾਉਣੀ ਸੀ ਉਹਨਾਂ ਦੇ ਅੰਦਰ। ਇਹ ਸਾਰੀ ਉਹਨਾਂ ਨੇ ਪਲੈਨਿੰਗ ਪਹਿਲਾਂ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ 38 ਸਾਲ ਦੀ ਉਮਰ ਵਿੱਚ 38 ਸਾਲ ਤੱਕ 7 ਸਾਲ ਤੋਂ ਲੈ ਕੇ 38 ਸਾਲ ਤੱਕ ਉਹਨਾਂ ਨੇ ਇਹ ਸਾਰੇ ਕੰਮ ਕੀਤੇ। ਪੜ੍ਹਾਈ ਸਾਰੀ ਕੀਤੀ, ਕੰਪੈਰੇਟਿਵ ਸਟੱਡੀ ਕੀਤੀ, ਆਪਣੇ ਆਪ ਨੂੰ ਤਿਆਰ ਕੀਤਾ, ਖੇਤੀਬਾੜੀ ਕੀਤੀ, ਦੁਕਾਨਦਾਰੀ ਕੀਤੀ, ਲੋਕਾਂ ਵਿੱਚ ਮਿਲੇ, ਆਮ ਲੋਕਾਂ ਵਿੱਚ ਦੇਖੇ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੀ ਪ੍ਰੋਬਲਮ ਸੁਣੀਆਂ। ਸਾਰਾ ਕੁਝ ਉਹਨਾਂ ਨੇ ਦੇਖ ਲਿਆ। ਸਾਰੇ ਧਰਮਾਂ ਦੀ ਉਹਨਾਂ ਨੇ ਪੂਰੀ ਤਰ੍ਹਾਂ ਸਟੱਡੀ ਕੀਤੀ। ਤੇ ਫਿਰ ਉਹ 38 ਸਾਲ ਦੀ ਉਮਰ ਦੇ ਵਿੱਚ 1507 ਦੇ ਵਿੱਚ ਉਹ ਪਹਿਲੀ ਉਦਾਸੀ ਦੇ ਵਿੱਚ ਪਹਿਲੀ ਮਿਸ਼ਨਰੀ ਟੂਰ ਦੇ ਵਿੱਚ ਨਿਕਲੇ। ਹੁਣ ਮੈਂ ਤੁਹਾਨੂੰ ਸਿਰਫ ਇਹ ਬਰੀਫ 3 ਜਿਹੜੀਆਂ ਉਹਨਾਂ ਦੀ ਮਿਸ਼ਨਰੀ ਟੂਰ ਉਹਨਾਂ ਦੀ ਗੱਲ ਕਰਦਾ, ਤੁਸੀਂ ਉਹਦੇ ਵਿੱਚੋਂ ਹੀ ਆਪਣੇ ਆਪ ਨਤੀਜੇ ਤੇ ਪਹੁੰਚੋਗੇ ਵੀ ਕਿੰਨੀ ਡੈਡੀਕੇਸ਼ਨ ਦੇ ਨਾਲ, ਕਿੰਨੀ ਤੜਪ ਦੇ ਨਾਲ ਉਹਨਾਂ ਨੇ ਆਪਣੀ ਕਿਤਨੀ ਲਗਨ ਦੇ ਨਾਲ ਇਹ ਕੰਮ ਸ਼ੁਰੂ ਕੀਤਾ। 1507 ਵਿੱਚ ਉਹ ਇੱਥੋਂ ਚੱਲੇ ਆ ਪੰਜਾਬ ਤੋਂ ਸਿੱਧਾ ਪਹਿਲਾਂ ਯੂਪੀ ਗਏ। ਯੂਪੀ ਦੇ ਵਿੱਚ ਜਿੱਥੇ ਜਿੱਥੇ ਗੜ੍ਹ ਸਨ, ਇਹ ਪਹਿਲਾ ਮਿਸ਼ਨਰੀ ਟੂਰ ਉਹਨਾਂ ਗੜ੍ਹਾਂ ਦੇ ਵਿੱਚ ਹੈ ਜਿੱਥੇ ਹਿੰਦੂ ਤੀਰਥ ਸਨ, ਜਿੱਥੇ ਹਿੰਦੂ ਮਤ ਜ਼ਿਆਦਾ ਫੈਲਿਆ ਹੋਇਆ ਸੀ। ਉਹਨਾਂ ਦੇ ਹਿੰਦੂਆਂ ਦੇ ਜਿੱਥੇ ਗੜ੍ਹ ਸੀਗੇ, ਜਿੱਥੇ ਬ੍ਰਾਹਮਣ ਤੇ ਪੰਡਤ ਆਪਣੇ ਆਪ ਨੂੰ ਉਪਚੇਰੇ ਸਮਝਦੇ ਸਨ, ਆਪਣੇ ਆਪ ਨੂੰ ਅੱਗੇ ਸਭ ਤੋਂ ਅਗਾਂਹ ਵਧੂ ਸਮਝਦੇ ਸਨ, ਉਹਨਾਂ ਦੇ ਵਿੱਚ ਜਾ ਕੇ ਜਦੋਂ ਕਹਿੰਦੇ ਨਾ ਕਮਿਊਨੀਕੇਸ਼ਨ ਕੋਈ ਨਹੀਂ। ਤੁਸੀਂ ਦੇਖੋ 8 ਸਾਲ ਦਾ ਟੂਰ ਹੈ, ਸ਼ੁਰੂ ਹੋਏ ਨੇ ਇੱਥੋਂ ਯੂਪੀ ਤੋਂ। ਯੂਪੀ ਦੇ ਵਿੱਚ ਬਨਾਰਸ ਗਏ ਨੇ, ਹਰਿਦੁਆਰ ਗਏ ਨੇ, ਬਨਾਰਸ ਗਏ ਨੇ, ਅਯੁੱਧਿਆ ਗਏ ਨੇ, ਪ੍ਰਯਾਗ ਗਏ ਨੇ, ਇਲਾਹਾਬਾਦ ਗਏ ਨੇ। ਇਹਨਾਂ ਸਾਰੇ ਸਥਾਨਾਂ ਦੇ ਉੱਪਰ ਉਹਨਾਂ ਗੜ੍ਹਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ। ਫਿਰ ਉਸ ਤੋਂ ਬਾਅਦ ਬਿਹਾਰ ਗਏ ਨੇ, ਗਇਆ ਜਿੱਥੇ ਮਰੇ ਹੋਏ ਪ੍ਰਾਣੀ ਦੇ ਨਿਮਿਤ ਬਹੁਤ ਸਾਰੇ ਲੋਕ ਇਕੱਠੇ ਹੁੰਦੇ। ਉੱਥੇ ਦੀਵਾ ਮੇਰਾ ਏਕ ਨਾਮ ਇਹ ਸ਼ਬਦ ਉੱਥੇ ਉਚਾਰਿਆ ਉਹਨਾਂ ਨੇ, ਉਹਨਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਸਿੱਧਾ ਅਸਾਮ ਵਿੱਚ ਗੁਹਾਟੀ ਗਏ। ਗੁਹਾਟੀ ਤੋਂ ਬਾਅਦ ਫਿਰ ਢਾਕੇ ਵਿੱਚ ਆਏ। ਤੁਸੀਂ ਹਿੰਦੁਸਤਾਨ ਦਾ ਨਕਸ਼ਾ ਆਪਣੇ ਸਾਹਮਣੇ ਰੱਖੋ ਜ਼ਰਾ, ਤਾਂ ਦੇਖੋ ਤੁਸੀਂ ਯੂਪੀ ਤੋਂ ਬਿਹਾਰ ਤੋਂ ਸਿੱਧਾ ਅਸਾਮ ਤੋਂ ਵਾਪਸ ਢਾਕਾ, ਜਿਹਨੂੰ ਅੱਜ ਬੰਗਲਾਦੇਸ਼ ਕਹਿੰਦੇ ਆ, ਢਾਕੇ ਤੋਂ ਸਿੱਧਾ ਉੜੀਸਾ ਵਿੱਚ ਜਗਨਨਾਥਪੁਰੀ ਗਏ। ਜਗਨਨਾਥਪੁਰੀ ਉਹਨਾਂ ਦੇ ਇਕੱਠਾਂ ਵਿੱਚ ਜਾ ਕੇ ਉੱਥੇ ਗੱਲਬਾਤ ਕੀਤੀ। ਜਗਨਨਾਥ ਦੇ ਮੰਦਰ ਦੇ ਵਿੱਚ ਗगन मैं थाल रावचंद दीपक बने तारका मंडल जनक मोती धूप मल्यान लो पवन चवरो करे सगल बन राय फुलन ज्योति। ऐसा शब्द उचारे जिन्हों रविंद्रनाथ टैगोर ਨੂੰ ਜਦੋਂ ਉਹਨਾਂ ਨੇ ਕਿਹਾ ਕਿ ਤੂੰ ਇੱਕ ਰਾਸ਼ਟਰੀ ਗੀਤ ਲਿਖਿਆ, ਕਿਤੇ ਅੰਤਰਰਾਸ਼ਟਰੀ ਗੀਤ, ਇੰਟਰਨੈਸ਼ਨਲ ਲੈਵਲ ਦਾ ਵੀ ਗੀਤ ਲਿਖ। ਤੇ ਉਹ ਕਹਿਣ ਲੱਗਾ ਮੈਂ ਉਹ ਗੀਤ ਨਹੀਂ ਲਿਖ ਸਕਦਾ, ਮੈਂ ਨੈਸ਼ਨਲ ਲੈਵਲ ਦਾ ਹੀ ਗੀਤ ਲਿਖ ਸਕਦਾ, ਕਿਉਂਕਿ ਇੰਟਰਨੈਸ਼ਨਲ ਯੂਨੀਵਰਸਲ ਲੈਵਲ ਦਾ ਗੀਤ ਗੁਰੂ ਨਾਨਕ ਨੇ ਪਹਿਲਾਂ ਹੀ ਲਿਖਿਆ ਹੋਇਆ। ਉਹ ਕਿਹੜਾ ਗੀਤ ਸੀਗਾ? ਇਹ ਜਿਹੜੀ ਆਰਤੀ ਉਹਨਾਂ ਨੇ ਉਚਾਰੀ, ਰਵਿੰਦਰਨਾਥ ਟੈਗੋਰ ਕਹਿੰਦਾ ਕਿ ਮੈਂ ਉਸ ਦਿਨ ਤੋਂ ਉਸ ਤਰ੍ਹਾਂ ਸੁੱਟ ਦਿੱਤਾ ਦਰਿਆ ਦੇ ਵਿੱਚ। ਮੈਂ ਕਿਹਾ ਮੈਂ ਗੁਰੂ ਨਾਨਕ ਨੂੰ ਸਲਾਮ ਕਰਦਾ, ਮੈਂ ਗੁਰੂ ਨਾਨਕ ਨੂੰ ਮੱਥਾ ਟੇਕਦਾ, ਗੁਰੂ ਨਾਨਕ ਦੇ ਅੱਗੇ ਮੈਂ ਮੱਥਾ, ਮੇਰਾ ਮਸਤਕ ਝੁਕਦਾ ਪਿਆ ਕਿ ਜਿਹਨੇ ਯੂਨੀਵਰਸਲ ਲੈਵਲ ਦਾ ਇੱਕ ਗੀਤ ਲਿਖਿਆ। ਔਰ ਮੈਂ ਉਸ ਤੋਂ ਬਾਅਦ ਆਪਣੇ ਕੇਸ ਨਹੀਂ ਕਟਾਏ, ਉਸ ਤੋਂ ਬਾਅਦ ਦਾੜੀ ਨਹੀਂ ਕਟਾਈ, ਕਿਉਂਕਿ ਮੈਂ ਗੁਰੂ ਨਾਨਕ ਨੂੰ ਮੰਨਣ ਵਾਲਾ, ਉਹਦੇ ਗੀਤ ਨੂੰ ਦੇਖ ਕੇ ਮੈਂ ਉਹਨੂੰ ਮੰਨਣਾ ਸ਼ੁਰੂ ਕੀਤਾ। ਉੱਥੇ ਉਹ ਉਚਾਰਿਆ, ਉੱਥੇ ਹੋਰ ਉਹਨਾਂ ਦੇ ਇਕੱਠ ਦੇ ਵਿੱਚ ਉਹ ਸ਼ਬਦ ਉਚਾਰੇ ਗਏ। ਫਿਰ ਉਸ ਤੋਂ ਬਾਅਦ ਥੱਲੇ ਰਮੇਸ਼ਵਰਮ ਚਲੇਗਾ, ਰਮੇਸ਼ਵਰਮ ਤੋਂ ਸਿੱਧਾ ਸ੍ਰੀਲੰਕਾ ਚਲੇਗਾ, ਸ੍ਰੀਲੰਕਾ ਤੋਂ ਬਾਅਦ ਵਾਪਸ ਉਹ ਆਂਧਰ ਪ੍ਰਦੇਸ਼ ਕਰਨਾਟਕਾ ਦੇ ਵਿੱਚੋਂ ਹੁੰਦੇ ਹੋਏ ਮਹਾਰਾਸ਼ਟਰ ਆਏ ਨੇ, ਗੁਜਰਾਤ ਆਏ ਨੇ, ਰਾਜਸਥਾਨ ਦੇ ਵਿੱਚ ਆਏ ਨੇ। ਜਗ੍ਹਾ ਦੇ ਉੱਪਰ ਲੋਕਾਂ ਦੇ ਇਕੱਠਾਂ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ। ਰਾਜਸਥਾਨ ਤੋਂ ਸਿੱਧਾ ਫਿਰ ਦਿੱਲੀ ਗਏ ਨੇ, ਦਿੱਲੀ ਤੋਂ ਫਿਰ ਅੱਜ ਜਿਹੜਾ ਹਰਿਆਣਾ, ਇੱਥੋਂ ਕੁਰੂਕਸ਼ੇਤਰ, ਮਥੁਰਾ ਵਗੈਰਾ ਕੁਰੂਕਸ਼ੇਤਰ ਹੁੰਦੇ ਹੋਏ ਫਿਰ ਮੁੜ ਕੇ ਪੰਜਾਬ ਪਹੁੰਚੇ ਨੇ। ਇਹ ਇਤਨਾ ਵੱਡਾ ਟੂਰ 8 ਸਾਲ ਦਾ ਟੂਰ ਗੁਰੂ ਨਾਨਕ ਦੇਵ ਜੀ ਨੇ ਲਿਆ। ਹੁਣ ਦੇਖੋ ਕਿੰਨੀ ਡੈਡੀਕੇਸ਼ਨ ਹੈ। ਇੱਕ ਆਪਾਂ ਕਹਿੰਦੇ ਉਦੋਂ ਪਲੇਟਫਾਰਮ ਨਹੀਂ ਸਨ, ਗੁਰੂ ਸਾਹਿਬ ਪਲੇਟਫਾਰਮ ਲੱਭ ਲੈਂਦੇ ਸਨ। ਉਸ ਵੇਲੇ ਉਹਨਾਂ ਦੇ ਕੋਲ ਪਹੁੰਚ ਕਰਦੇ ਸਨ, ਲੋਕਾਂ ਦੇ ਕੋਲ ਆਪ ਪਹੁੰਚ ਕਰਦੇ ਸਨ, ਉਹਨਾਂ ਦੇ ਇਕੱਠਾਂ ਵਿੱਚ ਜਾਂਦੇ ਸਨ, ਉਹਨਾਂ ਨਾਲ ਗੱਲਬਾਤ ਕਰਦੇ ਸਨ। ਜਿਤਨੇ ਪੰਡਤਾਂ ਨਾਲ, ਬ੍ਰਾਹਮਣਾਂ ਨਾਲ ਗੱਲਬਾਤ ਹੋਈ ਇਹਨਾਂ ਸਥਾਨਾਂ ਦੇ ਉੱਪਰ, ਜਿਨ੍ਹਾਂ ਸਥਾਨਾਂ ਦੇ ਉੱਪਰ ਮੈਂ ਤੁਹਾਨੂੰ 8 ਸਾਲ ਦਾ ਟੂਰ ਦੱਸਦਾ ਪਿਆ, ਇੱਕ ਵੀ ਉਹਨਾਂ ਦੇ ਸਾਹਮਣੇ ਬੋਲ ਨਹੀਂ ਸਕਿਆ। ਜਿੱਥੇ ਜਿੱਥੇ ਗੱਲਬਾਤ ਹੋਈ ਉਹਨਾਂ ਨੂੰ ਮਾਤ ਪਾ ਦਿੱਤਾ ਆਪਣੀ ਵਿਦਿਆ ਦੇ ਨਾਲ, ਆਪਣੀ ਗੱਲ ਦੇ ਨਾਲ। ਇਹਨਾਂ ਦੇ ਅੰਦਰ ਇਤਨੀ ਕਨਵਿੰਸਿੰਗ ਪਾਵਰ ਸੀ, ਇਤਨੀ ਕਨਵਿਕਸ਼ਨ ਸੀ, ਇਤਨਾ ਜ਼ੋਰ ਸੀ, ਇਤਨਾ ਬਲ ਸੀ, ਉਸ ਤਾਕਤ ਸੀ ਉਸ ਗੱਲ ਦੇ ਵਿੱਚ, ਇੰਨੀ ਕਨਵਿੰਸ਼ਨ ਸੀ ਕਿ ਲੋਕੀ ਉਸ ਧਰਮ ਨੂੰ ਅਪਣਾ ਲੈਂਦੇ ਸਨ, ਉਸ ਨੂੰ ਉਹ ਕੀਲੇ ਜਾਂਦੇ ਸਨ ਵੀ ਗੁਰੂ ਨਾਨਕ ਗੱਲ ਕੀ ਕਰ ਰਿਹਾ। ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਸਾਹਮਣੇ ਗੱਲ ਕਰਦੇ ਸਨ, ਵਿੱਚ ਬੈਠ ਕੇ ਗੱਲ ਕਰਦੇ ਸਨ। ਜਦੋਂ ਇਹ ਗੱਲ ਕਰਦੇ ਸਨ ਲੋਕਾਂ ਦੇ ਵਿੱਚ, ਤਾਂ ਫਿਰ ਲੋਕੀ ਉਹਨਾਂ ਦੇ ਨਾਲ ਆਪ ਹੀ ਅਟਰੈਕਟ ਹੋ ਕੇ ਉਹਨਾਂ ਕੋਲ ਗੱਲ ਪੁੱਛਦੇ ਸਨ ਵੀ ਭਾਈ ਕਿਹੜਾ ਧਰਮ।
श्रीलंका ਦੇ ਵਿੱਚ ਰਾਜਾ ਸ਼ਬਨਾਬ ਨੂੰ ਇਹ ਗੱਲ ਕਰਕੇ ਆਉਣੀ, ਗਾਛੋ ਪੁੱਤਰੀ ਰਾਜਕੁਮਾਰ ਦੀ ਗੱਲ ਉੱਥੇ ਕਰਕੇ ਆਣੀ ਜਦੋਂ ਕਿ ਉਹਨੇ ਕੁੜੀਆਂ ਭੇਜੀਆਂ ਨਾਚ ਕਰਨ ਵਾਸਤੇ, ਤੇ ਉੱਥੇ ਗਾਛੋ ਪੁੱਤਰੀ ਰਾਜਕੁਮਾਰ ਦਾ ਸ਼ਬਦ ਗਾਇਨ ਕਰਕੇ ਸਾਰਿਆਂ ਨੂੰ ਕੀਲ ਲਿਆ, ਔਰ ਉੱਥੋਂ ਦੇ ਰਾਜੇ ਨੇ ਇਹ ਅਪਣਾ ਲਿਆ, ਗੁਰੂ ਸਿੱਖ ਬਣ ਗਿਆ, ਗੁਰੂ ਨਾਨਕ ਦਾ ਸਿੱਖ ਬਣ ਗਿਆ ਸੀ। ਇਸੇ ਤਰੀਕੇ ਨਾਲ ਜਿਸ ਜਗ੍ਹਾ ਦੇ ਉੱਪਰ ਉਹ ਗਏ ਨੇ ਉੱਥੇ ਚਾਹੇ ਬਥੜਾ ਦੇ ਵਿੱਚ ਗਏ ਨੇ, ਕਲਯੁਗ ਤੇ ਸਤਯੁਗ ਦੀ ਗੱਲ ਕੀਤੀ ਹੈ, ਚਾਹੇ ਉੱਥੇ ਆਰਤੀ ਦੀ ਗੱਲ ਕੀਤੀ, ਚਾਹੇ ਉੱਥੇ ਕਲਯੁਗ ਪਾਂਡੇ ਦੀ ਗੱਲ ਕੀਤੀ ਹੈ ਉੜੀਸਾ ਦੇ ਵਿੱਚ, ਚਾਹੇ ਇੱਥੇ ਕੁਰੂਕਸ਼ੇਤਰ ਦੇ ਵਿੱਚ ਸੂਰਜ ਗ੍ਰਹਿਣ ਦੀ ਗੱਲ ਕੀਤੀ ਹੈ, ਜਿੱਥੇ ਵੀ ਗੱਲ ਕੀਤੀ ਹੈ ਸਾਰੇ ਦੇ ਸਾਰੇ ਕਾਇਲ ਹੋਏ ਨੇ। ਔਰ ਇਹਨਾਂ 8 ਸਾਲ ਦੇ ਟੂਰ ਦੇ ਵਿੱਚ ਤੁਸੀਂ ਦੇਖੋ ਉਹਨਾਂ ਦੇ ਇੱਧਰ ਕਿੰਨੀ ਤੜਪ ਸੀ, ਨਾ ਉਹਨਾਂ ਨੂੰ ਗਰਮੀ, ਨਾ ਉਹਨਾਂ ਨੂੰ ਸਰਦੀ, ਨਾ ਉਹਨਾਂ ਨੂੰ ਪਹਾੜ, ਨਾ ਉਹਨਾਂ ਨੂੰ ਸਮੁੰਦਰ, ਨਾ ਉਹਨਾਂ ਨੂੰ ਦਰਿਆ, ਨਾ ਉਹਨਾਂ ਨੂੰ ਹਨੇਰੀ, ਨਾ ਉਹਨਾਂ ਨੂੰ ਬਾਰਿਸ਼, ਕੋਈ ਪਹੁੰਚ ਨਹੀਂ ਸਕਦਾ ਸੀ। ਇਤਨੇ ਡੈਡੀਕੇਟਡ ਕਿ ਉਹ ਚੱਲਦੇ ਪਏ ਨੇ, ਮੀਲਾਂ ਦੇ ਮੀਲ ਚੱਲਦੇ ਪਏ ਨੇ, ਕੋਈ ਉਹਨਾਂ ਨੂੰ ਗਰਮੀ ਨਹੀਂ ਸਤਾ ਰਹੀ, ਕੋਈ ਉਹਨਾਂ ਨੂੰ ਤੂਫਾਨ ਨਹੀਂ ਸਤਾ ਰਿਹਾ, ਕੋਈ ਉਹਨਾਂ ਨੂੰ ਦਰਿਆ ਰੁਕਾਵਟ ਨਹੀਂ ਪਾ ਰਿਹਾ, ਕੋਈ ਉਹਨਾਂ ਨੂੰ ਸਮੁੰਦਰ ਰੁਕਾਵਟ ਨਹੀਂ ਪਾ ਰਿਹਾ, ਕੋਈ ਪਹਾੜ ਰੁਕਾਵਟ ਨਹੀਂ ਉਹਨਾਂ ਦੇ ਅੱਗੇ ਆ ਰਿਹਾ। ਇਤਨੀ ਲਗਨ ਦੇ ਨਾਲ ਉਹ ਅੱਗੇ ਗਏ ਸਨ ਤੇ ਲੋਕਾਂ ਦੇ ਵਿੱਚ ਵਿਚਰ ਕੇ ਆਪਣਾ ਉਹਨਾਂ ਦਾ ਕਿਰਦਾਰ, ਆਪਣੀ ਉਹਨਾਂ ਦੀ ਕਨਵਰਸ਼ਨ ਪਾਵਰ